हाँ जी, सत श्री अकाल जी साਰਿਆਂ ਨੂੰ। ਦੋਸਤੋ ਹਰ ਵਾਰ ਦੀ ਤਰ੍ਹਾਂ ਇਸ ਹਫਤੇ ਵੀ ਇੱਕ ਨਵੀਂ ਅਤੇ ਮਹੱਤਵਪੂਰਨ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ। ਅੱਜ ਦੀ ਵੀਡੀਓ ਵਿੱਚ ਲਈ ਦਿੱਤੀ ਗਈ ਜਾਣਕਾਰੀ ਦੇ ਸਰੋਤ ਹਨ ਡਾਕਟਰ ਰਾਜ ਸਿੰਘ ਰਾਜ। ਡਾਕਟਰ ਰਾਜ ਸਿੰਘ ਰਾਜ ਇੱਕ ਉੱਘੇ ਵਿਦਵਾਨ ਹਨ ਜੋ ਕਿ ਸਾਹਿਤ ਦੇ ਖੇਤਰ ਵਿੱਚ ਕਾਫੀ ਡੂੰਘੀ ਪਕੜ ਰੱਖਦੇ ਹਨ। ਚੰਗੀ ਸਾਹਿਤਕ ਸੂਝ ਰੱਖਣ ਵਾਲੇ ਰਾਜ ਸਿੰਘ ਰਾਜ ਹੁਣ ਤੱਕ ਅਮਰ ਸਿੰਘ ਚਮਕੀਲਾ ਜੀ ਦੇ ਗੀਤਾਂ ਤੇ ਕਾਫੀ ਪੜ੍ਹਾਈ ਵੀ ਕਰ ਚੁੱਕੇ ਹਨ। ਪਿਛਲੇ ਸਾਲ ਜਾਣੀ ਕਿ 2021 ਵਿੱਚ ਪ੍ਰਕਾਸ਼ਿਤ ਹੋਈ ਇੱਕ ਬੁੱਕ ਜਿਸ ਦਾ ਕਿ ਨਾਂ ਸੀ ਪੰਜਾਬੀ ਸੱਭਿਆਚਾਰ ਦੇ ਅਨਮੋਲ ਰਤਨ, ਉਸ ਦੇ ਵਿੱਚ ਡਾਕਟਰ ਰਾਜ ਸਿੰਘ ਰਾਜ ਦਾ ਇੱਕ ਆਰਟੀਕਲ ਛਪਿਆ ਸੀ ਜਿਸ ਵਿੱਚ ਉਹਨਾਂ ਅਮਰ ਸਿੰਘ ਚਮਕੀਲਾ, ਅਮਰਜੋਤ ਅਤੇ ਉਹਨਾਂ ਦੇ ਗੀਤਾਂ ਬਾਰੇ ਬਹੁਤ ਵਧੀਆ ਤੱਥ ਸਾਹਮਣੇ ਰੱਖੇ ਹਨ। ਸੋ ਅੱਜ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਰਾਜ ਸਿੰਘ ਰਾਜ ਵੱਲੋਂ ਕੀਤੀਆਂ ਉਹੀ ਗੱਲਾਂ ਸਾਂਝੀਆਂ ਕਰਾਂਗੇ। ਆਜੋ ਸ਼ੁਰੂ ਕਰਦੇ ਹਾਂ। ਦੋਸਤੋ, ਇਹ ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਪਿੰਡ ਦੁੱਗਰੀ ਦਾ ਜੰਮਪਲ ਧਨੀ ਰਾਮ ਕਿਸੇ ਦਿਨ ਇੱਕ ਨਵੇਂ ਨਾਂ ਨਾਲ ਅਮਰ ਸਿੰਘ ਚਮਕੀਲਾ ਬਣ ਕੇ ਚਮਕੇਗਾ। ਇਹ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ। ਲੋਕਾਂ ਨੇ ਉਸ ਨੂੰ ਉਸ ਸਮੇਂ ਜਾਣਿਆ ਤੇ ਪਹਿਚਾਣਿਆ ਜਦੋਂ ਧਨੀ ਰਾਮ ਪੰਜਾਬੀ ਦੁਗਾਣਾ ਗਾਇਕੀ ਦੇ ਪਿੜ ਵਿੱਚ ਚਮਕੀਲਾ ਬਣ ਕੇ ਨਿਤਰਿਆ। ਉਹ ਪੰਜਾਬੀ ਗਾਇਕੀ ਦੇ ਵਿਹੜੇ ਵਿੱਚ ਪੁੰਨਿਆਂ ਦਾ ਚੰਨ ਬਣ ਕੇ ਚੜ੍ਹਿਆ ਤੇ ਦੇਸ਼ ਦੇ ਗਾਇਕੀ ਅਤੇ ਗੀਤਕਾਰੀ ਦੇ ਗਗਨ ਉੱਤੇ ਧਰੂਵ ਤਾਰਾ ਬਣ ਕੇ ਸਦਾ ਸਦਾ ਲਈ ਅਮਰ ਹੋ ਗਿਆ। ਅਸਲ ਵਿੱਚ ਚਮਕੀਲਾ ਇੱਕ ਮੌਲਿਕ ਕਲਾਕਾਰ ਸੀ। ਉਹ ਕਿਸੇ ਦੀ ਨਕਲ ਨਹੀਂ ਸੀ ਕਰਦਾ। ਸਾਡੇ ਕਈ ਭੁਲੱਕੜ ਵੀ ਰੱਖ ਦਿੰਦੇ ਨੇ ਕਿ ਯਾਰ ਫਲਾਣੇ ਕਲਾਕਾਰ ਦੀ ਕੈਸਟ ਸੁਣ ਕੇ ਵੇਖੋ, ਜਮਾਂ ਹੀ ਅਮਰ ਸਿੰਘ ਚਮਕੀਲੇ ਵਾਂਗੂ ਗਾਉਂਦਾ। ਇਹ ਸੋਚਣ ਵਾਲੀ ਗੱਲ ਹੈ ਕਿ ਚਮਕੀਲੇ ਨੇ ਕਿਹਦੇ ਵਾਂਗ ਗਾਇਆ। ਚਮਕੀਲੇ ਤੋਂ ਪਹਿਲਾਂ ਵੀ ਬਹੁਤ ਸਾਰੇ ਕਲਾਕਾਰ ਸੀ ਅਤੇ ਚਮਕੀਲੇ ਦੇ ਸਮਕਾਲੀ ਕਲਾਕਾਰ ਵੀ ਬਹੁਤ ਸੀ ਜਿਨ੍ਹਾਂ ਦਾ ਪੂਰਾ ਨਾਂ ਸੀ, ਪਰ ਚਮਕੀਲੇ ਨੇ ਕਿਸੇ ਹੋਰ ਵਾਂਗ ਨਹੀਂ ਗਾਇਆ। ਦਰਅਸਲ ਵਾਂਗ ਸ਼ਬਦ ਹੀ ਇੱਥੇ ਕਲਾਕਾਰ ਨੂੰ ਕਲਾਕਾਰ ਨਹੀਂ ਰਹਿਣ ਦਿੰਦਾ ਅਤੇ ਉਸ ਨੂੰ ਨਕਲੀਆ ਬਣਾ ਧਰਦਾ ਹੈ। ਜਿੱਥੇ ਮੌਲਿਕ ਕਲਾ ਹੋਵੇ ਉੱਥੇ ਨਕਲ ਦਾ ਕੋਈ ਸਥਾਨ ਨਹੀਂ ਹੁੰਦਾ। ਮੌਲਿਕਤਾ ਦੀ ਘਾਟ ਜਾਂ ਅਣਹੋਂਦ ਕਰਕੇ ਹੀ ਕੋਈ ਨਕਲ ਕਰਦਾ ਹੈ। ਮੇਰੀ ਧਾਰਨਾ ਹੈ ਕਿ ਚਮਕੀਲੇ ਦੀ ਚੜ੍ਹਤ ਵੀ ਉਸ ਦੀ ਮੌਲਿਕਤਾ ਅਤੇ ਪ੍ਰਤਿਭਾ ਕਰਕੇ ਹੀ ਸੀ। ਆਖਦੇ ਹਨ ਕਿ ਮੌਲਿਕਤਾ ਕਦੇ ਮਰਦੀ ਨਹੀਂ। ਸੋ ਅਮਰ ਸਿੰਘ ਚਮਕੀਲਾ ਆਪਣੀ ਮੌਲਿਕ ਪ੍ਰਤਿਭਾ ਦੇ ਕਾਰਨ ਸਦਾ ਲਈ ਅਮਰ ਹੋ ਗਿਆ। ਆਮ ਧਾਰਨਾ ਇਹੀ ਹੈ ਕਿ ਚਮਕੀਲਾ ਲੱਚਰ ਗਾਉਂਦਾ ਸੀ, ਪਰ ਸਾਡੇ ਕੋਲ ਲੱਚਰਤਾ ਨੂੰ ਸਿੱਧ ਕਰਨ ਵਾਲਾ ਕੋਈ ਮਾਪਦੰਡ ਨਹੀਂ ਜਿਸ ਨਾਲ ਅਸੀਂ ਅੱਜ ਤੱਕ ਸਪਸ਼ਟ ਕਰ ਸਕੇ ਹੋਈਏ ਕਿ ਲੱਚਰ ਜਾਂ ਅਸ਼ਲੀਲ ਕੀ ਹੈ। ਅੱਜ ਆਧੁਨਿਕਤਾ ਦੇ ਨਾਂ ਤੇ ਜੋ ਗੰਦ ਟੀਵੀ ਚੈਨਲ ਪਰੋਸ ਰਹੇ ਹਨ ਉਸ ਨੂੰ ਦੇਖ ਕੇ ਕੌਣ ਲੱਚਰਤਾ ਸਿੱਧ ਕਰ ਸਕੇਗਾ। ਚਮਕੀਲੇ ਵਿੱਚ ਸਮੇਂ ਦੀ ਮੰਗ ਨੂੰ ਹੀ ਤਾਂ ਮੁੱਖ ਰੱਖ ਕੇ ਗਾਇਆ ਸੀ ਚਮਕੀਲੇ ਨੇ। ਅੱਜ ਸਕਰੀਨ ਉੱਤੇ ਚਿਹਰਾ ਦਿਖਾਉਣ ਦੀ ਸੁਵਿਧਾ ਉਪਲਬਧ ਹੈ, ਪਰ ਫਿਰ ਵੀ ਕਲਾਕਾਰ ਆਪਣਾ ਚਿਹਰਾ ਨਾ ਦਿਖਾ ਕੇ ਅੱਧ ਨੰਗੀਆਂ ਕੁੜੀਆਂ ਦਿਖਾ ਰਹੇ ਹਨ। ਚਮਕੀਲੇ ਦੇ ਸਮੇਂ ਇਹੀ ਸੁਵਿਧਾ ਉਪਲਬਧ ਹੁੰਦੀ ਤਾਂ ਸੰਭਾਵਨਾ ਇਹੀ ਸੀ ਕਿ ਉਹ ਆਪਣਾ ਚਿਹਰਾ ਲੈ ਕੇ ਪੇਸ਼ ਹੁੰਦਾ, ਨਾ ਕਿ ਅੱਧ ਨੰਗੀਆਂ ਕੁੜੀਆਂ, ਕਿਉਂਕਿ ਚਮਕੀਲੇ ਕੋਲ ਸਟੇਜੀ ਕਲਾ ਵੀ ਸੀ ਅਤੇ ਸਾਹਿਤਕ ਸੂਝ ਵੀ। ਜੇਕਰ ਉਸ ਨੂੰ ਸਾਹਿਤਕ ਸੂਝ ਸੀ ਤਾਂ ਹੀ ਤਾਂ ਉਸਨੇ ਸੁੰਦਰ ਅਲੰਕਾਰ ਸਿਰਜੇ। ਨਮੂਨਾ ਪੇਸ਼ ਹੈ, ਦੰਦ ਮੋਤੀਆਂ ਦੇ ਦਾਣੇ, ਲਾਲ ਬੁੱਲੀਆਂ ਸੰਧੂਰੀ ਜਿਹਾ ਰੰਗ ਹੋ ਗਿਆ। ਅਲੰਕਾਰ ਦੇ ਨਾਲ ਨਾਲ ਉਸਦੇ ਗੀਤਾਂ ਵਿੱਚ ਬਿੰਬ ਅਤੇ ਦ੍ਰਿਸ਼ ਚਿੱਤਰਣ ਵੀ ਬਾਕਮਾਲ ਹੈ। ਸਭ ਤੋਂ ਮਹੱਤਵਪੂਰਨ ਅਤੇ ਪਹਿਲੀ ਦੇਣ ਹੈ ਚਮਕੀਲੇ ਦੇ ਧਾਰਮਿਕ ਦੁਗਾਣੇ, ਉਹ ਵੀ ਉੱਚ ਪਾਇਦਾਨ ਦੇ, ਜਿਨ੍ਹਾਂ ਦੀ ਬਰਾਬਰਤਾ ਅਜੇ ਤੱਕ ਨਹੀਂ ਕਿਸੇ ਤੋਂ ਹੋ ਸਕੀ। ਜਿਸ ਦੀ ਐਡੀ ਵੱਡੀ ਦੇਣ ਨੂੰ ਅਸੀਂ ਅੱਖੋਂ ਪਰੋਖੇ ਕਰ ਦਿੱਤਾ। ਇਹ ਕਮਾਲ ਹੈ। ਸਰਹੰਦ ਦੀ ਦੀਵਾਰ ਨੂੰ ਇੱਕ ਪਾਤਰ ਦੇ ਰੂਪ ਵਿੱਚ ਖੜਾ ਕਰਕੇ ਦੂਸਰੇ ਪਾਸੇ ਇੱਕ ਸਿੱਖ ਦਾ ਪਾਤਰ ਸਿਰਜ ਕੇ ਦ੍ਰਿਸ਼ ਚਿੱਤਰਣ ਦੀ ਜੁਗਤ ਵਰਤ ਕੇ ਪੂਰੀ ਤਸਵੀਰ ਪੇਸ਼ ਕਰ ਦਿੱਤੀ ਸਵਰਨ ਸੀਵੀਆ ਦੀ ਕਲਮ ਨੇ ਅਤੇ ਉਸ ਵਿੱਚ ਜਾਨ ਪਾ ਦਿੱਤੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਬੋਲਾਂ ਨੇ। ਦੂਸਰੀ ਉਦਾਹਰਣ ਹੈ ਧਾਰਮਿਕ ਗੀਤ ਤਲਵਾਰ ਮੈਂ ਕਲਗੀਧਰ ਦੀ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਸ਼ਾਸਤਰ ਅਧਿਐਨ ਦੇ ਨਾਲ ਨਾਲ ਸ਼ਸਤਰ ਸਿੱਖਿਆ ਗ੍ਰਹਿਣ ਕਰਨ ਤੇ ਵੀ ਜ਼ੋਰ ਦਿੱਤਾ, ਜਿਸ ਗੱਲ ਦੀ ਪ੍ਰੋੜਤਾ ਗੁਰੂ ਸਾਹਿਬ ਦੀਆਂ ਇਹ ਸਤਰਾਂ ਕਰਦੀਆਂ ਹਨ। ਅਸ ਕਿਰਪਾਨ ਖੰਡੋ ਖੜਗ। ਇੱਥੇ ਇਸੇ ਸ਼ਸਤਰ ਪ੍ਰੇਮ ਦੇ ਭਾਵਾਂ ਨੂੰ ਮੁੱਖ ਰੱਖ ਕੇ ਦੋ ਪਾਤਰ ਸਿਰਜੇ ਹਨ, ਤੀਰ ਅਤੇ ਤਲਵਾਰ। ਦੋਹਾਂ ਪਾਤਰਾਂ ਨੂੰ ਸ਼ਸਤਰ ਰੂਪ ਵਿੱਚ ਪੇਸ਼ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਇਹਨਾਂ ਹਥਿਆਰਾਂ ਨੂੰ ਕਿੰਜ ਸੰਭਾਲ ਕੇ ਰੱਖਦੇ ਸੀ, ਇਸ ਗੱਲ ਦੇ ਪੂਰੇ ਭਾਵ ਪ੍ਰਗਟ ਹੁੰਦੇ ਹਨ। ਇਹ ਚਮਕੀਲੇ ਦੀ ਦੁਗਾਣਾ ਧਾਰਮਿਕ ਖੇਤਰ ਵਿੱਚ ਨਵੇਕਲੀ ਅਤੇ ਅਜ਼ੀਮ ਦੇਣ ਹੈ। ਇੰਨੇ ਵਧੀਆ ਰੂਪ ਵਿੱਚ ਧਾਰਮਿਕ ਚਿੰਨ੍ਹਾਂ ਦਾ ਪਾਤਰਾਂ ਦੇ ਰੂਪ ਵਿੱਚ ਦ੍ਰਿਸ਼ ਚਿੱਤਰਣ ਦੁਗਾਣਾ ਖੇਤਰ ਵਿੱਚ ਅੱਜ ਤੱਕ ਕੋਈ ਨਹੀਂ ਪੇਸ਼ ਕਰ ਸਕਿਆ। ਬਾਕੀ ਰਹੀ ਗੱਲ ਦੂਸਰੇ ਚਰਚਿਤ ਦੁਗਾਣਿਆਂ ਦੀ, ਇੱਥੇ ਵੀ ਹੈਰਾਨੀ ਵਾਲੀਆਂ ਗੱਲਾਂ ਹਨ। ਤਰਜ਼ਾਂ ਬਣਾਉਣ ਵਿੱਚ ਚਮਕੀਲੇ ਦਾ ਕੋਈ ਸਾਨੀ ਨਹੀਂ। ਇੱਕ ਕੈਸਟ ਵਿੱਚ ਜਿਸ ਢੰਗ ਦੀਆਂ ਤਰਜ਼ਾਂ ਹੁੰਦੀਆਂ ਸਨ, ਜਿਵੇਂ ਭੁੱਲ ਗਈ ਮੈਂ ਘੁੰਡ ਕੱਢਣਾ ਵਿੱਚ ਅਤੇ ਜੀਜਾ ਲੱਕ ਮਿਲਣਾ ਵਿੱਚ, ਤਰਜ਼ਾਂ ਬਿਲਕੁਲ ਵੱਖੋ ਵੱਖਰੀਆਂ ਹਨ।
ਇੱਥੇ ਅੱਜ ਅਸੀਂ ਅਜੋਕੀ ਗਾਇਕੀ ਵਿੱਚ ਵੇਖੀਏ ਤਾਂ ਹੈਰਾਨੀ ਹੋਰ ਵੀ ਵੱਧ ਜਾਂਦੀ ਹੈ ਜਦੋਂ ਦੇਖਦੇ ਹਾਂ ਕਿ ਇੱਕ ਖਾਸ ਪ੍ਰਕਾਰ ਦੀ ਤਰਜ਼ ਵਿੱਚ ਗਾਇਆ ਗੀਤ ਜੇਕਰ ਪਪੂਲਰ ਹੋ ਜਾਏ ਤਾਂ ਉਸ ਗੀਤ ਨੂੰ ਗਾਉਣ ਵਾਲਾ ਕਲਾਕਾਰ ਹੋਰ ਢੇਰ ਸਾਰੇ ਗੀਤ ਉਸੇ ਪੁਰਾਣੇ ਗੀਤ ਦੀ ਤਰਜ਼ ਤੇ ਗਾ ਰਿਹਾ ਹੁੰਦਾ ਹੈ, ਸਿਰਫ ਸ਼ਬਦ ਹੀ ਬਦਲਦੇ ਹਨ। ਚਮਕੀਲੇ ਦੇ ਦੁਗਾਣੇ ਹਰ ਵਾਰ ਨਵੇਕਲੇ ਅੰਦਾਜ਼ ਵਿੱਚ ਆਏ, ਪੁਰਾਣੇ ਵਿਸ਼ੇ ਵੀ ਉਸਨੇ ਨਵੇਂ ਢੰਗ ਨਾਲ ਪੇਸ਼ ਕੀਤੇ। ਇੱਕ ਹੋਰ ਮਹੱਤਵਪੂਰਨ ਗੱਲ ਹੈ, ਜਿਸ ਸਮੇਂ ਚਮਕੀਲੇ ਦੇ ਰਿਕਾਰਡ ਵੱਡੇ ਸਪੀਕਰਾਂ ਵਿੱਚ ਵੱਜਦੇ ਸੀ ਉਸ ਸਮੇਂ ਦੇ ਮਸ਼ਹੂਰ ਗੀਤਾਂ ਵਿੱਚੋਂ ਸੀ ਟਕੂਏ ਤੇ ਟਕੂਆ ਖੜਕੇ, ਜੋ ਵਾਰ-ਵਾਰ ਫਰਮਾਇਸ਼ ਕਰਕੇ ਸੁਣਿਆ ਜਾਂਦਾ ਸੀ। ਪਰ ਚਮਕੀਲੇ ਨੇ ਧਾਰਮਿਕ ਕੈਸਟਾਂ ਵਿਚਲੇ ਦੁਗਾਣੇ ਉਹਨਾਂ ਪਪੂਲਰ ਗੀਤਾਂ ਦੀਆਂ ਤਰਜ਼ਾਂ ਤੇ ਨਾ ਗਾ ਕੇ ਸਗੋਂ ਨਵੇਕਲੀਆਂ ਤਰਜ਼ਾਂ ਤੇ ਗਾਏ। ਅੱਜ ਕੱਲ੍ਹ ਕਲਾਕਾਰ ਆਪਣੇ ਗਾਏ ਹੋਰ ਗੀਤਾਂ ਦੀਆਂ ਤਰਜ਼ਾਂ ਤੇ ਧਾਰਮਿਕ ਗੀਤ ਗਾ ਕੇ ਖੁਦ ਹੀ ਹਾਸੇ ਦੇ ਪਾਤਰ ਬਣ ਰਹੇ ਹਨ। ਇਸ ਪੱਖੋਂ ਵੀ ਚਮਕੀਲੇ ਦਾ ਕੋਈ ਸਾਨੀ ਨਹੀਂ। ਇਸਤਰੀ ਮਰਦ ਦੇ ਬਹੁ ਪ੍ਰਕਾਰੀ ਸੰਬੰਧਾਂ ਬਾਰੇ ਗੀਤ ਲਿਖਣ ਵਿੱਚ ਚਮਕੀਲਾ ਆਧੁਨਿਕ ਮਨੋਵਿਗਿਆਨ ਵਿੱਚ ਫਰਾਇਡ ਦੇ ਬਰਾਬਰ ਜਾ ਖੜਦਾ। ਉਸ ਨੂੰ ਇੰਨੀ ਸੂਝ ਸੀ ਕਿ ਅੱਜ ਦੇ ਸਰੋਤੇ ਕੀ ਚਾਹੁੰਦੇ ਹਨ। ਗੀਤ ਦੀ ਸਿਨਫ ਜੋ ਕਿ ਕੰਨ ਰਸ ਜਾਂ ਸ਼੍ਰਵਣੀਏ ਮਾਧਿਅਮ ਹੈ, ਨਾ ਕਿ ਦ੍ਰਿਸ਼ ਦੇਖਣ ਵਾਲਾ। ਭਾਵ ਗੀਤ ਇੱਕ ਸੁਣਨ ਵਾਲੀ ਚੀਜ਼ ਹੈ, ਨਾ ਕਿ ਵੇਖਣ ਵਾਲੀ। ਇਸ ਲਈ ਅਜੋਕੇ ਸਮੇਂ ਗੀਤ ਨੂੰ ਦੇਖਣ ਵਾਲੀ ਚੀਜ਼ ਬਣਾ ਕੇ ਪੇਸ਼ ਕਰਨਾ ਗੀਤ ਦੀ ਮਹੱਤਤਾ ਨੂੰ ਖੋਰਾ ਲਾਉਣਾ ਹੈ। ਸਰੋਤਾ ਸੁਣ ਕੇ ਬਿੰਬਾਂ ਨੂੰ ਆਪਣੇ ਹਿਸਾਬ ਨਾਲ ਮਨ ਦੀ ਸਕਰੀਨ ਉੱਤੇ ਪ੍ਰਗਟਾ ਕੇ ਵੇਖਦਾ ਜਾਂ ਮਹਿਸੂਸ ਕਰਦਾ ਹੈ। ਇਹੀ ਗੀਤ ਜਾਂ ਦੁਗਾਣੇ ਦੀ ਮਹੱਤਤਾ ਹੈ, ਵੇਖਣ ਨਾਲ ਜੋ ਘਟ ਜਾਂਦੀ ਹੈ। ਮਰਦ ਔਰਤ ਦੇ ਸਮਾਜ ਪ੍ਰਵਾਨਿਤ ਸੰਬੰਧਾਂ ਅਤੇ ਅਪ੍ਰਵਾਨਿਤ ਸੰਬੰਧਾਂ ਨੂੰ ਪ੍ਰਗਟਾਉਂਦੀਆਂ ਪੁਰਾਤਨ ਵਿਧਾਵਾਂ ਵਿੱਚ ਵੀ ਬਹੁਤ ਸਾਰੀਆਂ ਰਚਨਾਵਾਂ ਮਿਲਦੀਆਂ ਹਨ, ਜਿਨ੍ਹਾਂ ਸੰਬੰਧਾਂ ਨੂੰ ਹੀ ਚਮਕੀਲੇ ਨੇ ਆਪਣੇ ਪਰਿਵਾਰਾਂ ਦੇ ਪਿਛੋਕੜ, ਰੀਤੀ ਰਿਵਾਜ਼ਾਂ ਅਤੇ ਸੱਭਿਆਚਾਰਕ ਮਾਹੌਲ ਵਿੱਚੋਂ ਲੈ ਕੇ ਦੁਗਾਣਿਆਂ ਦੇ ਵਿਸ਼ੇ ਬਣਾਏ। ਇੱਕ ਅਮਲੀ ਦੀ ਮਰਦ ਪ੍ਰਵਾਨਗੀ ਵਾਲੀ ਜੀਵਨ ਸ਼ੈਲੀ ਵਿੱਚੋਂ ਨਿਕਲਿਆ ਦੁਗਾਣਾ ਉਸਦੇ ਜੀਵਨ ਦੇ ਹਾਲਾਤ ਨੂੰ ਵੀ ਬਿਆਨ ਕਰਦਾ ਹੈ। ਉਸਦਾ ਦੁਗਾਣਾ ਹੈ ਕਰਦਾ ਗੰਡਾਸਾ ਤਿੱਖਾ ਜਾਏ ਖਾਣੀ ਦਾ। ਇਸ ਦੁਗਾਣੇ ਵਿੱਚੋਂ ਸਾਨੂੰ ਚਮਕੀਲੇ ਦੀ ਸਾਹਿਤਕ ਸੂਝ ਅਤੇ ਉਸ ਨੂੰ ਛੰਦ ਵਿਧਾਨ ਬਾਰੇ ਗਿਆਨ ਹੋਣ ਬਾਰੇ ਵੀ ਪਤਾ ਲੱਗਦਾ ਹੈ। ਇਸ ਦੁਗਾਣੇ ਵਿੱਚ ਅਮਰਜੋਤ ਵੱਲੋਂ ਗਾਈਆਂ ਤੁਕਾਂ ਹਨ। ਦੱਸਾਂ ਕੀ ਕਰਤੂਤ ਵੇ ਤੇਰੀ, ਰੱਖਤੀ ਘੱਗਰੀ ਗਹਿਣੇ ਮੇਰੀ। ਇਸ ਦੇ ਨਾਲ ਹੀ ਚਮਕੀਲੇ ਨੇ ਆਖਿਆ ਧਿਆਨ ਨਾਲ ਜਰਾ ਕੁ, ਤਾਂ ਦੂਸਰੀ ਵਾਰ ਅਮਰਜੋਤ ਇਸ ਤਰ੍ਹਾਂ ਬੋਲਦੀ ਹੈ, ਦੱਸਾਂ ਕੀ ਕਰਤੂਤ ਵੇ ਤੇਰੀ, ਰੱਖਤੀ ਗਹਿਣੇ ਘੱਗਰੀ ਮੇਰੀ। ਹੁਣ ਅਸੀਂ ਸੋਚ ਸਕਦੇ ਹਾਂ ਕਿ ਗਹਿਣੇ ਮੇਰੀ ਅਤੇ ਘੱਗਰੀ ਮੇਰੀ ਵਿੱਚ ਕੀ ਫਰਕ ਹੁੰਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਰਿਕਾਰਡ ਕਰਵਾਉਣ ਤੋਂ ਪਹਿਲਾਂ ਗਾਉਣ ਦੀ ਕਿੰਨੀ ਮਿਹਨਤ ਕੀਤੀ ਹੋਵੇਗੀ, ਤਾਂ ਹੀ ਤਾਂ ਅਮਰਜੋਤ ਵਾਰ-ਵਾਰ ਗਹਿਣੇ ਮੇਰੀ ਬੋਲਦੀ ਹੋਵੇਗੀ। ਤਾਂ ਚਮਕੀਲੇ ਵੱਲੋਂ ਧਿਆਨ ਨਾਲ ਜਰਾ ਕਹਿਣ ਤੇ ਹੀ ਸਮਝ ਗਈ ਅਤੇ ਦੂਜੀ ਵਾਰ ਠੀਕ ਕਰਕੇ ਬੋਲਿਆ ਜਾਂ ਗਾਇਆ। ਇਸੇ ਤਰ੍ਹਾਂ ਦੀਆਂ ਬਰੀਕੀਆਂ ਚਮਕੀਲੇ ਦਾ ਗਹਿਨ ਅਧਿਐਨ ਕਰਨ ਤੇ ਹੀ ਸਮਝ ਆ ਸਕਦੀਆਂ ਹਨ। ਚਮਕੀਲੇ ਨੇ ਪੰਜਾਬੀ ਸੱਭਿਆਚਾਰ ਪਿਛੋਕੜ ਤੋਂ ਬਾਹਰੀ ਕੋਈ ਗੱਲ ਨਹੀਂ ਕੀਤੀ, ਬਲਕਿ ਉਸ ਨੂੰ ਸਮੇਂ ਦੇ ਹਾਣ ਦਾ ਕਰਕੇ ਬਿਲਕੁਲ ਨਵੇਕਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਚਮਕੀਲੇ ਨੂੰ ਸੁਣਿਆ ਅਤੇ ਭੰਡਿਆ ਤਾਂ ਬਹੁਤ ਜਾ ਰਿਹਾ ਹੈ, ਪਰ ਉਸ ਉੱਤੇ ਗਹਿਨ ਅਧਿਐਨ ਅਜੇ ਤੱਕ ਨਹੀਂ ਹੋਇਆ। ਬਹੁਤ ਬਹੁਤ ਧੰਨਵਾਦ ਦੋਸਤੋ। ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ।